ਹੈਲੋ ਡੀਅਰ ਸਟੂਡੈਂਟਸ। ਹਾਂਜੀ ਬੇਟਾ, ਹੈਪੀ ਪ੍ਰਿੰਸ ਵਾਲਾ ਜਿਹੜਾ ਲੈਸਨ 10th ਕਲਾਸ ਦਾ ਸੀ ਉਹ ਰੀਡ ਕਰ ਰਹੇ ਸੀ। ਫਸਟ ਪਾਰਟ ਦੇ ਵਿੱਚ ਅਸੀਂ ਹਾਫ ਹੀ ਕਰ ਪਾਏ ਸੀ ਕਿਉਂਕਿ ਲੈਸਨ ਆ ਜਿਹੜਾ ਬਹੁਤ ਲੈਂਥੀ ਹੈ ਅਤੇ ਹੁਣ ਆਪਾਂ ਉਸ ਨੂੰ ਅੱਗੇ ਕੰਟੀਨਿਊ ਕਰਾਂਗੇ। ਸੋ ਕਰਦੇ ਹਾਂ ਸਟਾਰਟ ਰੀਡ ਕਰਨਾ ਲੈਸਨ। ਇਹ ਪਾਰਟ 2 ਹੈ। ਸੋ ਫਸਟ ਪਾਰਟ ਜ਼ਰੂਰ ਦੇਖ ਲੈਣਾ ਅਗਰ ਤੁਸੀਂ ਉਹ ਨਹੀਂ ਵੇਖਿਆ ਇਸ ਤੋਂ ਪਹਿਲਾਂ ਬੇਟਾ। ਸੋ ਦੇਖੋ ਸਟਾਰਟ ਹੋ ਰਿਹਾ ਕਿੱਥੋਂ ਤੇ ਲੈਸਨ ਇਹ। Alas, I have no ruby now, said Prince. My eyes are all that I have left. ਕੀ ਮਤਲਬ ਇਹਦਾ? alas ਦਾ ਮਤਲਬ ਹੁੰਦਾ ਦੁੱਖ ਜਾਂ ਚਿੰਤਾ ਨੂੰ ਪ੍ਰਗਟ ਕਰਨ ਵਾਲਾ ਐਕਸਪ੍ਰੈਸ਼ਨ ਆ। ਠੀਕ ਹੈ ਬੇਟਾ। ਅਫਸੋਸ, ਹੁਣ ਮੇਰੇ ਕੋਲ ਕੋਈ ਹੀਰਾ ਨਹੀਂ ਹੈ, ਰਾਜਕੁਮਾਰ ਨੇ ਕਿਹਾ। ਹੁਣ ਸਿਰਫ ਮੇਰੀਆਂ ਅੱਖਾਂ ਹੀ ਬਚੀਆਂ ਹਨ। ਨੈਕਸਟ ਕੀ ਹੈ? they are made of rare sapphires which were brought out of India thousands years ago. ਹੁਣ ਉਹ ਕੀ ਕਹਿ ਰਹੇ ਨੇ? ਮੇਰੀਆਂ ਅੱਖਾਂ ਬਚੀਆਂ ਹਨ ਜਿਹੜੀਆਂ 'ਚ ਦੁਰਲੱਭ ਨੀਲਮ ਜੜੇ ਹੋਏ ਨੇ। ਠੀਕ ਆ, ਜਿਹੜੇ 1000 ਸਾਲ ਪਹਿਲਾਂ ਭਾਰਤ ਤੋਂ ਲਿਆਂਦੇ ਗਏ ਸੀ। he ordered the swallow to pluck out one of them and take it to the playwriter. ਉਹਨੇ ਕੀ ਕਿਹਾ? ਜਿਹੜਾ ਅਬਾਬੀਲ ਸੀ ਉਹਨੂੰ ਹੁਕਮ ਦਿੱਤਾ ਕਿ ਉਹਨਾਂ ਵਿੱਚੋਂ ਇੱਕ ਅੱਖ ਨੂੰ ਕੱਢ ਲਵੇ ਅਤੇ ਨਾਟਕਕਾਰ ਦੇ ਕੋਲ ਲੈ ਜਾਵੇ। He will sell it to the jeweler and buy firewood and finish his play, he said. ਉਹਨੇ ਕਿਹਾ ਉਹ ਜੌਹਰੀ ਕੋਲ ਜਾ ਕੇ ਉਹਨੂੰ ਵੇਚ ਕੇ ਬਾਲਣ ਲਈ ਲੱਕੜੀ ਖਰੀਦ ਲਵੇਗਾ ਅਤੇ ਆਪਣਾ ਨਾਟਕ ਖਤਮ ਕਰ ਲਵੇਗਾ। Dear Prince, said the swallow, I can't do that, and he began to weep. ਇਹ ਕਿਹਨੇ ਕਿਹਾ ਹੁਣ? ਅਬਾਬੀਲ ਨੇ ਕਿਹਾ, ਮੇਰੇ ਪਿਆਰੇ ਰਾਜਕੁਮਾਰ ਮੈਂ ਅਜਿਹਾ ਨਹੀਂ ਕਰ ਸਕਦਾ, ਅਤੇ ਉਹ ਰੋਣ ਲੱਗਾ। Swallow, swallow, the little swallow, said the prince, do as I command you. ਉਹ ਅਬਾਬੀਲ, ਛੋਟੇ ਅਬਾਬੀਲ, ਉਵੇਂ ਕਰ ਜਿਵੇਂ ਮੈਂ ਤੈਨੂੰ ਕਹਿੰਦਾ ਹਾਂ। ਹਾਂਜੀ। So the swallow plucked out the prince's eye and flew away to the student's garret. ਹਾਂਜੀ। ਹੁਣ ਕਹਿੰਦਾ ਜਿਹੜਾ ਸਵੈਲੋ ਸੀ, ਅਬਾਬੀਲ ਸੀ, ਉਹਨੇ ਰਾਜਕੁਮਾਰ ਦੀ ਅੱਖ ਕੱਢੀ ਅਤੇ ਵਿਦਿਆਰਥੀ ਕੌਣ? ਜਿਹੜਾ ਪਲੇ ਲਿਖ ਰਿਹਾ ਸੀ ਉਹਦੀ ਅਟਾਰੀ ਵੱਲ ਨੂੰ ਉੱਡ ਪਿਆ। ਇਟ ਵਾਜ਼ ਈਜ਼ੀ ਇਨਫ ਟੂ ਗੈਟ ਇਨ ਐਜ਼ ਦੇਅਰ ਵਾਜ਼ ਅ ਹੋਲ ਇਨ ਦਾ ਰੂਫ। ਇਹ ਬਹੁਤ ਹੀ ਆਸਾਨ ਸੀ ਅੰਦਰ ਪ੍ਰਵੇਸ਼ ਕਰਨਾ ਕਿਉਂਕਿ ਉਹਦੀ ਜਿਹੜੀ ਛੱਤ ਦੇ ਵਿੱਚ ਇੱਕ ਹੋਲ ਸੀ। ਹੋਲ ਮੀਨਸ ਸੁਰਾਖ, ਗਲੀ ਸੀ। ਥਰੂ ਦਿਸ ਹੀ ਡਰਾਟਡ ਐਂਡ ਕਮ ਇਨ ਟੂ ਦਾ ਰੂਮ। ਇਸ ਦੇ ਜ਼ਰੀਏ ਵਰਡ ਆਇਆ ਡਰਾਟਡ। ਇਹਦਾ ਮਤਲਬ ਹੁੰਦਾ ਤੇਜ਼ੀ ਨਾਲ। ਇਹ ਵਾਲਾ ਵਰਡ ਹੈ ਗਿਆ ਟਰਾਟ ਹੁੰਦਾ ਤੇਜ਼ੀ, ਈ ਡੀ ਲੱਗ ਗਈ ਡਰੈਟ। ਤੇਜ਼ੀ ਨਾਲ ਉਹ ਅੰਦਰ ਗਿਆ ਅਤੇ ਬਾਹਰ ਆ ਗਿਆ ਹੈ ਨਾ ਰੂਮ ਦੇ। ਦ ਯੰਗ ਮੈਨ ਹੈਡ ਹਿਜ਼ ਹੈਡ worried in his hands so he did not hear the flutters of the bird's wings, and when he looked up he found a beautiful sapphires lying on the withered walls. ਹਾਂਜੀ। ਹੁਣ ਇੱਥੇ ਕੀ ਆ ਗਿਆ ਦੇਖੋ ਉਹਨੇ ਕੀ ਕਿਹਾ ਗਾ। ਕਹਿੰਦਾ ਉਹ ਤੇਜ਼ੀ ਨਾਲ ਅੰਦਰ ਗਿਆ, ਪ੍ਰਵੇਸ਼ ਕੀਤਾ ਸੁਰਾਖ ਵਿੱਚ ਦੀ ਕਮਰੇ 'ਚ। ਨੌਜਵਾਨ ਸੀ ਜਿਹੜਾ ਮੁੰਡਾ ਜੋ ਲਿਖ ਰਿਹਾ ਸੀ ਪਲੇ, ਉਹ ਆਪਣੇ ਹੱਥਾਂ ਵਿੱਚ ਆਪਣਾ ਸਿਰ ਫੜੀ ਬੈਠਾ ਸੀ, ਇਸ ਲਈ ਉਹਨੂੰ ਪੰਛੀ ਦੇ ਜਿਹੜੇ ਖੰਭਾਂ ਦੀ ਫੜਫੜਾਹਟ ਸੀ ਉਹ ਵੀ ਸੁਣੀ ਨਹੀਂ। ਪਰ ਜਦੋਂ ਉਹਨੇ ਉੱਪਰ ਵੇਖਿਆ ਬੰਸਫਾਂ ਦੇ ਜਿਹੜੇ ਸੁੱਕੇ ਹੋਏ ਫੁੱਲ ਸੀਗੇ ਉਹਨਾਂ ਦੇ ਕੋਲ ਇੱਕ ਉਹਨੂੰ ਸੁੰਦਰ ਨੀਲਮ ਪਿਆ ਦਿਖਾਈ ਦਿੱਤਾ। I am beginning to be appreciated, he cried. ਹੁਣ ਉਹਨੇ ਕੀ ਸੋਚਿਆ? ਕੀ ਕਹਿੰਦਾ ਮੇਰੀ ਪ੍ਰਸ਼ੰਸਾ ਹੋਣ ਲੱਗ ਗਈ। ਉਹ ਖੁਸ਼ੀ ਨਾਲ ਚੀਕਿਆ ਹੈ ਨਾ। This is from some great admirer. ਇਹ ਜਿਹੜਾ ਹੀਰਾ ਕਹਿੰਦਾ ਕਿਸੇ ਮੇਰੇ ਪ੍ਰਸ਼ੰਸਕ ਨੇ, ਬਹੁਤ ਵੱਡੇ ਪ੍ਰਸ਼ੰਸਕ ਨੇ ਦਿੱਤਾ। Now I can finish my play, and he looked quite happy. ਹੁਣ ਉਹ ਸੋਚਦਾ ਮੈਂ ਹੁਣ ਆਪਣਾ ਨਾਟਕ ਪੂਰਾ ਕਰ ਲਵਾਂਗਾ ਅਤੇ ਉਹ ਕਾਫੀ ਖੁਸ਼ ਹੋਇਆ। Next, the next day the swallow flew down on the harbor. ਹਾਂ, ਹਾਰਬਰ ਕੀ ਹੁੰਦਾ ਪੁੱਤ? ਬੰਦਰਗਾਹ। ਠੀਕ ਆ, ਇਹ ਵਰਡ ਆਇਆ ਇਹ ਰਹਾ ਬੰਦਰਗਾਹ। he sat on a mast of a large vessel and watched the sailor working. ਹੁਣ ਅੱਗੇ ਕੀ? ਅਗਲੇ ਦਿਨ ਅਬਾਬੀਲ ਬੰਦਰਗਾਹ ਵੱਲ ਉੱਡ ਕੇ ਗਿਆ ਅਤੇ ਇੱਕ ਵੱਡੇ ਮਸਤੂਲ ਦੇ ਉੱਤੇ ਬੈਠ ਗਿਆ ਅਤੇ ਮਲਾਹਾਂ ਨੂੰ ਕੰਮ ਕਰਦੇ ਹੋਏ ਦੇਖਦਾ ਰਿਹਾ। I am going to Egypt, cried the swallow, but nobody minded, and when the moon rose he flew back to the happy prince.
ਹੁਣ ਦੱਸਿਆ ਵੀ ਉਹ ਉੱਡ ਕੇ ਕਿੱਧਰ ਗਿਆ, ਬੰਦਰਗਾਹ ਵੱਲ ਗਿਆ। ਉੱਥੇ ਜਿਹੜੇ ਵੱਡੇ ਵੱਡੇ ਉਹ ਲੱਗੇ ਹੁੰਦੇ ਨੇ, ਝੰਡੇ ਜਿਹੇ ਲਾਏ ਹੁੰਦੇ ਨੇ ਡੰਡੇ ਦੇ ਉੱਤੇ, ਉਹਨੂੰ ਮਸਤੂਲ ਕਿਹਾ ਜਾਂਦਾ, ਉਹਦੇ ਉੱਤੇ ਬੈਠ ਗਿਆ ਅਤੇ ਚਲਾਉਣ ਲੱਗਿਆ ਕਿ ਮੈਂ ਤਾਂ ਮਿਸਰ ਜਾ ਰਿਹਾ। ਪਰ ਉਹਦੀ ਗੱਲ ਵੱਲ ਕਿਸੇ ਨੇ ਕੋਈ ਧਿਆਨ ਹੀ ਨਹੀਂ ਦਿੱਤਾ, ਸਾਰੇ ਆਪਣੇ ਕੰਮ ਵਿੱਚ ਲੱਗੇ ਹੋਏ ਸੀ। ਸੋ ਫਿਰ ਕੀ ਕੀਤਾ ਉਹਨੇ, ਜਦੋਂ ਚੰਦਰਮਾ ਨਿਕਲਿਆ ਅਤੇ ਵਾਪਸ ਹੈਪੀ ਪ੍ਰਿੰਸ ਦੇ ਕੋਲ ਆ ਗਿਆ। ਆਈ ਹੈਵ ਕਮ ਟੂ ਬਿਡ ਆਫ ਯੂ ਗੁੱਡ ਬਾਏ, ਹੀ ਕ੍ਰਾਈਡ। ਹੁਣ ਉਹ ਕੀ ਕਹਿੰਦਾ, ਮੈਂ ਤਾਂ ਤੈਨੂੰ ਅਲਵਿਦਾ ਕਹਿਣ ਆਇਆ। ਉਹਨੇ ਉੱਚੀ ਆਵਾਜ਼ ਵਿੱਚ ਕਿਹਾ, ਮੈਂ ਤੈਨੂੰ ਅਲਵਿਦਾ ਕਹਿਣ ਆਇਆ। ਸਵੈਲੋ ਦਾ ਸਵੈਲੋ ਲਿਟਲ ਸਵੈਲੋ ਸੈਡ ਦਾ ਪ੍ਰਿੰਸ, ਵਿਲ ਯੂ ਨਾਟ ਸਟੇ ਵਿਦ ਮੀ ਵਨ ਨਾਈਟ ਲੋਂਗਰ। ਹੁਣ ਪ੍ਰਿੰਸ ਆ ਜਿਹੜਾ ਹੈਪੀ ਪ੍ਰਿੰਸ ਦਾ ਪੁੱਤ, ਉਹਨੂੰ ਫੇਰ ਪੁੱਛਦਾ ਗਾ, ਕਹਿੰਦਾ ਉਹ ਅਬਾਬੀਲ, ਉਹ ਛੋਟੇ ਅਬਾਬੀਲ, ਕੀ ਤੂੰ ਮੇਰੇ ਨਾਲ ਇੱਕ ਰਾਤ ਹੋਰ ਨਹੀਂ ਰਹਿ ਸਕਦਾ। ਇਟ ਇਜ਼ ਵਿੰਟਰ ਆਨਸਰਡ ਦ ਸਵੈਲੋ ਐਂਡ ਦ ਸਨੋ ਵਿਲ ਸੂਨ ਬੀ ਹੇਅਰ। ਕਹਿੰਦਾ ਬਹੁਤ ਸਰਦੀ ਹੈ। ਕੌਣ ਕਹਿ ਰਿਹਾ, ਅਬਾਬੀਲ ਬੋਲ ਰਿਹਾ, ਕਹਿੰਦਾ ਸਰਦੀ ਹੈ ਬਹੁਤ ਜ਼ਿਆਦਾ, ਇੱਥੇ ਜਲਦੀ ਹੀ ਬਰਫ਼ ਪੈਣ ਲੱਗ ਜੂਗੀ। In Egypt, the sun is warm on the green palm trees and the crocodiles lie in the mud and look lazy about them. ਕਹਿੰਦਾ ਜਿਹੜਾ ਮਿਸਰ ਆ ਉੱਥੇ ਹਰੇ ਭਰੇ ਖਜੂਰ ਦੇ ਦਰਖਤ ਨੇ। ਇੱਥੇ ਵਰਡ ਆਇਆ ਪਾਮ, ਪਾਮ ਮੀਨਸ ਖਜੂਰ ਦੇ ਦਰਖਤ ਵੀ ਹੁੰਦਾ, ਪਾਮ ਮੀਨਸ ਹਥੇਲੀ ਵੀ ਹੁੰਦਾ। ਠੀਕ ਹੈ ਬੇਟਾ। ਕਹਿੰਦਾ ਉੱਥੇ ਇਜਿਪਟ ਦੇ ਵਿੱਚ ਪਾਮ ਦੇ ਜਿਹੜੇ ਹਰੇ ਭਰੇ ਖਜੂਰਾਂ ਦੇ ਦਰਖਤ ਨੇ, ਜਿਨ੍ਹਾਂ 'ਤੇ ਬਹੁਤ ਵਧੀਆ ਧੁੱਪ ਪੈ ਰਹੀ ਆ। ਚਿੱਕੜ ਵਿੱਚ ਲੇਟੇ ਹੋਏ ਮਗਰਮੱਛ ਸੁਸਤਾ ਰਹੇ ਨੇ। ਠੀਕ ਆ। ਸੋ ਮੈਂ ਉੱਥੇ ਜਾਣਾ ਚਾਹੁੰਦਾ, ਉਹਦਾ ਕਹਿਣ ਦਾ ਮਤਲਬ ਸੀ। ਹੁਣ ਅੱਗੇ ਕੀ ਆ, ਇਨ ਅ ਸਕੇਅਰ ਬਲੋ ਸੈਡ ਦ ਹੈਪੀ ਪ੍ਰਿੰਸ ਦੇਅਰ ਸਟੈਂਡ ਅ ਲਿਟਲ ਮੈਚ ਗਰਲ। ਹੁਣ ਅੱਗੇ ਫਿਰ ਹੈਪੀ ਪ੍ਰਿੰਸ ਦਾ ਜਿਹੜਾ ਪੁੱਤ ਆ ਉਹਨੂੰ ਰੋਕਣ ਲਈ ਕੀ ਕਹਿ ਰਿਹਾ, ਕਹਿੰਦਾ ਹੇਠਾਂ ਚੁਰਾਹੇ ਵਿੱਚ ਹੈਪੀ ਪ੍ਰਿੰਸ ਨੇ ਕਿਹਾ ਇੱਕ ਛੋਟੀ ਜਿਹੀ ਕੁੜੀ, ਮਾਚਿਸ ਵੇਚਣ ਵਾਲੀ ਕੁੜੀ ਖੜੀ ਹੈ। ਠੀਕ। ਸ਼ੀ ਹੈਜ਼ ਲੈਟ ਹਰ ਮੈਚਿਸ ਫਾਲ ਇਨ ਅ ਗਟਰ ਐਂਡ ਦੇ ਆਰ ਆਲ ਸਪੋਇਲਡ। ਉਹਦੀਆਂ ਜਿਹੜੀਆਂ ਜਿੰਨੀਆਂ ਵੀ ਮਾਚਿਸ ਦੀਆਂ ਜਿਹੜੀਆਂ ਡੱਬੀਆਂ ਸੀ ਉਹ ਗਟਰ ਦੇ ਵਿੱਚ, ਨਾਲ ਹੀ ਗਟਰ ਹੁੰਦਾ, ਨਾਲ ਹੀ ਵਿੱਚ ਡਿੱਗ ਕੇ ਸਪੋਇਲ ਮੀਨਸ ਖਰਾਬ ਹੋ ਗਈਆਂ। ਹਰ ਫਾਦਰ ਵਿਲ ਬੀਟ ਹਰ ਇਫ ਸ਼ੀ ਡਸ ਨਾਟ ਬ੍ਰਿੰਗ ਹੋਮ ਸਮ ਮਨੀ ਐਂਡ ਸ਼ੀ ਇਜ਼ ਕ੍ਰਾਈਂਗ। ਕਹਿੰਦਾ ਜੇ ਉਹ ਘਰੇ ਕੋਈ ਪੈਸਾ ਕਮਾ ਕੇ ਨਹੀਂ ਲੈ ਕੇ ਜਾਵੇਗੀ ਤਾਂ ਉਹਦਾ ਫਾਦਰ ਆ ਜਿਹੜਾ ਪਿਤਾ ਉਹਨੂੰ ਕੁੱਟੇਗਾ, ਇਸ ਲਈ ਉਹ ਕੀ ਕਰ ਰਹੀ ਹੈ, ਉਹ ਰੋ ਰਹੀ ਹੈ। She has no shoes or stockings and little head is wear। ਠੀਕ ਆ। ਸਟੋਕਿੰਗਸ ਹੁੰਦਾ ਜੁਰਾਬਾਂ, ਸ਼ੂਜ਼ ਹੋ ਗਏ ਜੁੱਤੇ। ਕਹਿੰਦਾ ਉਹਦੇ ਕੋਲ ਨਾ ਕੋਈ ਜੁੱਤੇ ਨੇ ਨਾ ਕੋਈ ਜੁਰਾਬਾਂ। ਸਟੋਕਿੰਗਸ ਲੇਡੀਜ਼ ਜਿਹੜੀਆਂ ਲੰਬੀਆਂ ਜੁਰਾਬਾਂ ਪਹਿਨਦੀਆਂ ਨੇ, ਸਪੈਸ਼ਲੀ ਉਹਦੇ ਲਈ ਯੂਜ਼ ਕੀਤਾ ਜਾਂਦਾ। ਠੀਕ ਆ। ਵੇਅਰ ਵਰਡ ਆ ਨੰਗਾ, ਇਹਦਾ ਮਤਲਬ ਹੁੰਦਾ ਗਾ ਵੀ ਉਹਦਾ ਸਿਰ ਵੀ ਨੰਗਾ, ਉਹਦੇ ਪੈਰਾਂ 'ਚ ਕੋਈ ਜੁਰਾਬਾਂ ਵੀ ਨਹੀਂ ਹੈਗੀਆਂ ਹਨ। pluck out my other eyes and give it to her and her father will not beat her। ਹੁਣ ਕਹਿੰਦਾ ਜਿਹੜੀ ਮੇਰੀ ਦੂਜੀ ਅੱਖ ਆ ਉਹ ਵੀ ਤੂੰ ਪੱਟ ਕੇ ਲੈ ਜਾ ਅਤੇ ਉਹ ਕੁੜੀ ਨੂੰ ਦੇ ਆ, ਫਿਰ ਇਸ ਤਰੀਕੇ ਨਾਲ ਉਹਦਾ ਫਾਦਰ ਆ ਜਿਹੜਾ ਉਹਨੂੰ ਨਹੀਂ ਕੁੱਟੇਗਾ। I will stay with you one night longer said the swallow but I can't pluck out your eyes। ਹੁਣ ਉਹ ਕਹਿੰਦਾ ਮੈਂ ਇੱਕ ਰਾਤ ਹੋਰ ਤੇਰੇ ਕੋਲ ਰੁਕ ਸਕਦਾ ਗਾ, ਪਰ ਮੈਂ ਜਿਹੜੀ ਤੇਰੀ ਦੂਜੀ ਅੱਖ ਆ ਉਹ ਨਹੀਂ ਕੱਢਾਂਗਾ। You would be quite blind then। ਜੇ ਮੈਂ ਇੱਦਾਂ ਕਰਾਂਗਾ ਤੇਰੀ ਦੂਜੀ ਅੱਖ ਵੀ ਕੱਢ ਲਵਾਂਗਾ, ਫਿਰ ਤੂੰ ਟੋਟਲੀ ਮਤਲਬ ਪੂਰੀ ਤਰ੍ਹਾਂ ਅੰਨਾ ਹੋ ਜਾਵੇਂਗਾ, ਹੈ ਨਾ। ਫਿਰ ਅੱਗੇ ਕੀ ਹੋਇਆ, swallow swallow little swallow said the prince do as I command you। ਅਬਾਬੀਲ, ਛੋਟੇ ਅਬਾਬੀਲ, ਰਾਜਕੁਮਾਰ ਨੇ ਕਿਹਾ ਤੂੰ ਉਸੇ ਤਰ੍ਹਾਂ ਕਰ ਜਿਵੇਂ ਮੈਂ ਤੈਨੂੰ ਕਹਿੰਦਾ ਹਾਂ। So he plucked out the prince's other eye and darted down। ਉਹਨੇ ਦੂਜੀ ਅੱਖ ਕੱਢੀ ਅਤੇ ਤੇਜ਼ੀ ਨਾਲ ਥੱਲੇ ਗਿਆ। within and swooped past the match girl and slipped the jewel into the palm of her hand। ਆ ਦੇਖੋ ਆ ਗਿਆ ਪਾਮ, ਜਿਹੜਾ ਮੈਂ ਤੁਹਾਨੂੰ ਕਹਿ ਰਹੀ ਸੀ ਉੱਪਰ ਪਾਮ ਪਿਛਲੀ ਵਾਰ ਆਇਆ ਸੀ ਜਿੱਥੇ ਉੱਤੇ ਖਜੂਰ ਦੇ ਦਰਖਤ ਸੀ, ਇੱਥੇ ਪਾਮ ਮੀਨਸ ਉਹਦੇ ਹਥੇਲੀ ਆ। ਠੀਕ ਆ। ਕਹਿੰਦਾ ਉਹ ਥੱਲੇ ਨੂੰ ਗਿਆ। ਇੱਕ ਲੱਖ ਸਵੂਪਡ ਹੁੰਦਾ ਵਰਡ ਆਇਆ ਇਹ ਵਾਲਾ, ਇਹਦੇ ਵਿੱਚ ਝਪਟਾ ਮਾਰਨਾ, ਹੈ ਨਾ, ਸਵੂਪ ਕਰਨਾ। ਅਤੇ ਫਿਰ ਕਹਿੰਦਾ ਤੇਜ਼ੀ ਨਾਲ ਥੱਲੇ ਨੂੰ ਗਿਆ ਅਤੇ ਹੌਲੀ ਕੁ ਦੇਣੇ ਝਪਟਾ ਮਾਰ ਕੇ ਉਹਦੇ ਹੱਥ 'ਤੇ ਜਿਹੜਾ ਹੀਰਾ ਸੀ ਉਹ ਧਰਿਆ ਆ। What a lovely bit of glass cried the little girl and she ran home laughing। ਫਿਰ ਉਹ ਕੁੜੀ ਨੇ ਕਿਹਾ ਕੱਚ ਦਾ ਕਿੰਨਾ ਸੁੰਦਰ ਟੁਕੜਾ ਹੈ, ਕਹਿੰਦੇ ਉਹਨੇ ਚਿਲਾਉਂਦੇ ਹੋਏ ਕਿਹਾ ਅਤੇ ਹੱਸਦੀ ਹੋਈ ਘਰ ਨੂੰ ਭੱਜ ਗਈ। Then the swallow come back to the prince। You are blind now he said, so I will stay with you always। ਹੁਣ ਫਿਰ ਜਿਹੜਾ ਅਬਾਬੀਲ ਆ ਉਹ ਵਾਪਸ ਰਾਜਕੁਮਾਰ ਕੋਲ ਆ ਗਿਆ ਅਤੇ ਉਹਨੂੰ ਕਹਿੰਦਾ ਹੁਣ ਤੁਸੀਂ ਤਾਂ ਅੰਨੇ ਹੋ ਗਏ ਪੂਰੀ ਤਰ੍ਹਾਂ, ਇਸ ਲਈ ਮੈਂ ਹੁਣ ਹਮੇਸ਼ਾ ਤੁਹਾਡੇ ਨਾਲ ਰਹਾਂਗਾ। No little swallow said the poor prince,
ਯੂ ਮਸਟ ਗੋ ਅਵੇ ਟੂ ਇਜਿਪਟ। ਫਿਰ ਕੀ ਕਿਹਾ ਜਿਹੜਾ ਪ੍ਰਿੰਸ ਸੀ, ਉਹ ਕਹਿੰਦਾ ਨਹੀਂ ਛੋਟੇ ਅਬਾਬੀਲ, ਤੂੰ ਜਾ ਮਿਸਰ, ਤੈਨੂੰ ਮਿਸਰ ਜਾਣਾ ਚਾਹੀਦਾ ਹੈ। ਨਾਓ ਆਈ ਵਿਲ ਸਟੇ ਵਿਦ ਯੂ ਆਲਵੇਜ਼ ਸੈਡ ਦ ਸਵੈਲੋ ਐਂਡ ਹੀ ਸਲੈਪਟ ਐਟ ਦ ਪ੍ਰਿੰਸਸ ਫੀਟ। ਅਬਾਬੀਲ ਨੇ ਕਿਹਾ ਨਹੀਂ, ਹੁਣ ਮੈਂ ਨਹੀਂ ਜਾਵਾਂਗਾ, ਹੁਣ ਮੈਂ ਹਮੇਸ਼ਾ ਤੁਹਾਡੇ ਨਾਲ ਰਵਾਂਗਾ। ਅਤੇ ਇਹ ਕਹਿ ਕੇ ਉਹਦੇ ਰਾਜਕੁਮਾਰ ਦੇ ਪੈਰਾਂ ਵਿੱਚ ਸੌਂ ਗਿਆ। All the next day he sat on Prince's shoulder and told him stories of what he had seen in strange lands। ਹਾਂਜੀ, strange land means ਹੁੰਦਾ ਅਦਭੁਤ ਧਰਤੀ ਜਾਂ ਅਦਭੁਤ ਆਪਾਂ ਕਹਾਂਗੇ ਕੀ ਕਹਿ ਸਕਦੇ ਹਾਂ, ਦੇਸ਼, ਅਨੋਖੇ ਦੇਸ਼ ਵੀ ਕਹਿ ਸਕਦੇ ਹਾਂ ਨਾ। ਅਗਲੇ ਦਿਨ ਕਹਿੰਦਾ ਫਿਰ ਕੀ ਕੀਤਾ, ਜਿਹੜਾ ਛੋਟਾ ਅਬਾਬੀਲ ਸੀ ਉੱਡ ਕੇ ਪ੍ਰਿੰਸ ਦੇ ਮੋਢੇ ਉੱਪਰ ਬਹਿ ਗਿਆ ਅਤੇ ਉਹਨੂੰ ਕੀ ਸੁਣਾਉਣ ਲੱਗਿਆ, ਕਹਾਣੀਆਂ ਸੁਣਾਉਣ ਲੱਗਿਆ ਜਿਹੜੀਆਂ ਉਹਨੇ ਸੁਣੀਆਂ ਦੇਖੀਆਂ ਹੋਈਆਂ ਸੀ ਅਨੋਖੇ ਦੇਸ਼ਾਂ ਦੀਆਂ, ਅਨੋਖੇ ਆਦਮੀਆਂ ਦੀਆਂ। ਠੀਕ ਹੈ। ਸੋ ਨੈਕਸਟ, ਡੀਅਰ ਲਿਟਲ ਸਵੈਲੋ ਸੈਡ ਦ ਪ੍ਰਿੰਸ, ਯੂ ਲੈਟ ਟੈਲ ਮੀ of marvelous things, but more marvelous than anything is suffering of men and of women। ਹਾਂਜੀ, ਕਹਿੰਦੇ ਛੋਟੇ ਅਬਾਬੀਲ, ਉਹਨੇ ਕੀ ਕਿਹਾ, ਚਾਹੇ ਤੂੰ ਮੈਨੂੰ ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਨੇ, ਅਨੋਖੀਆਂ ਕਹਾਣੀਆਂ, ਅਨੋਖੀਆਂ ਗੱਲਾਂ ਸੁਣਾ ਦਿੱਤੀਆਂ ਨੇ, ਪਰ ਕਿਸੇ ਵੀ ਚੀਜ਼ ਤੋਂ ਵੱਧ ਅਨੋਖਾ ਆਦਮੀਆਂ ਅਤੇ ਔਰਤਾਂ ਦਾ ਦੁੱਖ ਹੁੰਦਾ ਹੈ। ਠੀਕ ਹੈ। ਅੱਗੇ, there is no mystery so great as misery। fly over my city little swallow and tell me what you see there। ਹੁਣ ਅੱਗੇ ਕੀ ਕਹਿ ਰਿਹਾ ਬੁੱਤ ਜਿਹੜਾ ਉਹਨੂੰ ਕਹਿੰਦਾ, ਕੋਈ ਵੀ ਰਹੱਸ ਇਹਨਾਂ ਤੋਂ ਵੱਡਾ ਨਹੀਂ ਹੁੰਦਾ ਜਿੰਨਾ ਗਰੀਬੀ ਦੀ ਪੀੜ ਜਾਂ ਗਰੀਬੀ ਦਾ ਰਹੱਸ ਹੁੰਦਾ ਹੈ। ਫਿਰ ਕਹਿੰਦਾ ਛੋਟੇ ਅਬਾਬੀਲ, ਤੂੰ ਮੇਰੇ ਨਗਰ ਦੇ ਉੱਪਰੋਂ ਦੀ ਉੱਡ ਕੇ ਜਾ ਅਤੇ ਮੈਨੂੰ ਆ ਕੇ ਦੱਸ ਤੈਨੂੰ ਉੱਥੇ ਕੀ ਕੀ ਦਿਖਾਈ ਦਿੱਤਾ। So the swallow flew over the great city and saw the rich making merry in their beautiful houses while the beggars were sitting at the gates। ਹੁਣ ਫਿਰ ਕੀ ਕਹਿੰਦਾ, ਛੋਟਾ ਅਬਾਬੀਲ ਸੀ ਜਿਹੜਾ ਵਿਸ਼ਾਲ ਨਗਰ ਦੇ ਉੱਪਰ ਦੀ ਉੱਡ ਕੇ ਗਿਆ, ਉਸਨੇ ਅਮੀਰ ਲੋਕਾਂ ਨੂੰ ਆਪਣੇ ਸੁੰਦਰ ਘਰਾਂ ਵਿੱਚ ਖੁਸ਼ੀਆਂ ਮਨਾਉਂਦੇ ਹੋਏ ਦੇਖਿਆ, ਭਿਖਾਰੀਆਂ ਨੂੰ ਦਰਵਾਜ਼ੇ 'ਤੇ ਬੈਠੇ ਹੋਏ ਵੇਖਿਆ। He flew into dark lanes and saw the white faces of striving children looking out listlessly at the black streets। ਹਾਂਜੀ, ਹੁਣ ਇੱਥੇ ਕਈ ਵਰਡ ਆਏ ਨੇ ਜਿਹੜੇ ਸਾਨੂੰ ਦੇਖਣੇ ਚਾਹੀਦੇ ਨੇ। ਲਿਸਟਲੈਸਲੀ, ਸਟਰਾਈਵਿੰਗ ਆ ਗਿਆ ਹੈ ਨਾ। ਹੁਣ ਉਹ ਕੀ ਕਹਿੰਦਾ, ਉਹਨੇ ਕੀ ਕੀਤਾ, ਭੁੱਖ ਨਾਲ ਜਿਹੜੇ ਉਹ ਡਾਰਕ ਲੇਨਸ ਦੇ ਵਿੱਚ ਵੀ ਉੱਡ ਕੇ ਗਿਆ ਹੈ ਨਾ, ਹਨੇਰੀਆਂ ਗਲੀਆਂ 'ਚ ਉੱਡਦਾ ਹੋਇਆ, ਭੁੱਖ ਨਾਲ ਮਰ ਰਹੇ ਬੱਚਿਆਂ ਦੇ ਸਫੈਦ ਚਿਹਰੇ ਵੀ ਦੇਖੇ, ਉਦਾਸ ਗਲੀਆਂ ਹਨੇਰੀਆਂ ਵਿੱਚ ਵੀ ਉਹ ਘੁੰਮਦਾ ਰਿਹਾ। ਅਤੇ ਅੰਡਰ ਦਾ ਆਰਚਵੇ ਹੁੰਦਾ ਗਾ ਪੁਲ ਦੇ ਹੇਠਾਂ ਦੀ ਬਣਿਆ ਹੋਇਆ ਰਸਤਾ। ਐਂਡ ਆਰਚਵੇ ਦਾ ਬ੍ਰਿਜ, ਟੂ ਲਿਟਲ ਬॉयਜ਼ ਵਰ ਲਾਇੰਗ ਇਨ ਈਚ ਅਦਰਸ ਆਰਮ ਟੂ ਟਰਾਈ ਐਂਡ ਕੀਪ ਦੈਮਸੈਲਵ ਵਾਰਮ। ਉਹਨੇ ਦੇਖਿਆ ਜਿਹੜਾ ਪੁਲ ਦੇ ਹੇਠਾਂ ਰਸਤਾ ਬਣਿਆ ਹੋਇਆ, ਉੱਥੇ ਛੋਟੇ ਦੋ ਲੜਕੇ ਪਏ ਨੇ ਜਿਹੜੇ ਆਪਸ ਵਿੱਚ ਇੱਕ ਦੂਜੇ ਨੂੰ ਬਾਹਾਂ ਵਿੱਚ ਘੁੱਟੀ ਪਏ ਨੇ ਤਾਂ ਕਿ ਇੱਕ ਦੂਜੇ ਨੂੰ ਗਰਮ ਰੱਖ ਸਕਣ, ਉਹਦਾ ਯਤਨ ਕਰ ਰਹੇ ਨੇ ਇੱਕ ਦੂਜੇ ਨੂੰ ਗਰਮ ਰੱਖਣ ਦਾ। ਅਤੇ ਉਹ ਕਹਿ ਕੀ ਰਹੇ ਨੇ, ਸੁਣੋ। ਹਾਂਜੀ, ਹਾਊ ਹੰਗਰੀ ਵੀ ਆਰ ਦੇ ਸੈਡ। ਉਹ ਕਹਿ ਰਹੇ ਨੇ ਅਸੀਂ ਕਿੰਨੇ ਭੁੱਖੇ ਹਾਂ। ਯੂ ਮਸਟ ਨਾਟ ਲਾਈ ਦੇਅਰ ਸ਼ਾਊਟਡ ਦਾ ਵਾਚਮੈਨ ਐਂਡ ਦੇ ਵੰਡਰਡ ਆਊਟ ਇਨ ਟੂ ਦਾ ਰੇਨ। ਅਤੇ ਉਹ ਕਹਿੰਦਾ ਉਹ ਜਾਨੂੰ ਉੱਥੇ ਵਾਚਮੈਨ ਆ ਗਿਆ, ਉਹ ਕੀ ਕਹਿੰਦਾ ਉਹਨਾਂ ਨੂੰ, ਤੁਸੀਂ ਇੱਥੇ ਬਿਲਕੁਲ ਨਹੀਂ ਲੇਟਣਾ ਹੈ। ਚੌਂਕੀਦਾਰ ਨੇ ਕਿਹਾ ਅਤੇ ਬਾਹਰ ਮੀਂਹ ਵਿੱਚ ਭਟਕਣ ਲੱਗ ਪਏ, ਉਹ ਵਿਚਾਰੇ ਉੱਠ ਕੇ ਉੱਥੋਂ ਚਲੇ ਗਏ। then he flew back and told the prince what he had seen। ਅਤੇ ਤਦ ਕਹਿੰਦੇ ਜਿਹੜਾ ਅਬਾਬੀਲ ਸੀ ਉਹ ਵਾਪਸ ਰਾਜਕੁਮਾਰ ਕੋਲ ਆਇਆ ਅਤੇ ਉਸਨੇ ਜੋ ਦੇਖਿਆ ਉਸਨੂੰ ਸਭ ਦੱਸਿਆ। I am covered with fine gold, said the prince. You must take it off leaf by leaf and give it to the poor. The living always think that gold can make them happy। ਹੁਣ ਫਿਰ ਪ੍ਰਿੰਸ ਨੇ ਕੀ ਕਿਹਾ, ਮੈਂ ਬਰੀਕ ਸੋਨੇ ਦੇ ਪੱਤਰਿਆਂ ਨਾਲ ਢਕਿਆ ਹੋਇਆ, ਕਹਿੰਦਾ ਤੂੰ ਇੱਕ ਇੱਕ ਪੱਤਰਾ ਕਰਕੇ ਲਾ ਕੇ ਲੈ ਜਾ ਅਤੇ ਗਰੀਬਾਂ ਨੂੰ ਵੰਡ ਦੇ, ਕਿਉਂਕਿ ਜਿਉਂਦੇ ਲੋਕ ਨੇ ਜਿਹੜੇ ਉਹ ਆਮ ਤੌਰ 'ਤੇ ਇਹੀ ਸੋਚਦੇ ਨੇ ਕਿ ਸੋਨਾ ਉਹਨਾਂ ਨੂੰ ਖੁਸ਼ ਕਰ ਸਕਦਾ ਹੈ। ਨੈਕਸਟ ਗਿਆ, ਲੀਫ ਆਫਟਰ ਲੀਫ ਆਫ ਦ ਫਾਈਨ ਗੋਲਡ ਦ ਸਵੈਲੋ ਪਿਕਡ ਆਫ ਟਿਲ ਦ ਹੈਪੀ ਪ੍ਰਿੰਸ ਲੁਕਡ ਕੁਆਇਟ ਡਲ ਐਂਡ ਗ੍ਰੇ। ਹਾਂ, ਫਿਰ ਉਹ ਕਹਿੰਦੇ ਇੱਕ ਇੱਕ ਪੱਤਰਾ ਕਰਕੇ ਅਬਾਬੀਲ ਸੋਨੇ ਦੇ ਜਿਹੜੇ ਬਰੀਕ ਪੱਤਰੇ ਸੀ ਉਤਾਰਦਾ ਗਿਆ ਹੈਪੀ ਪ੍ਰਿੰਸ ਤੋਂ, ਅਤੇ ਹੁਣ ਹੈਪੀ ਪ੍ਰਿੰਸ ਕੀ ਲੱਗਣ ਲੱਗ ਗਿਆ ਸੀ, ਬੁਰਾ ਅਤੇ ਭੱਦਾ ਜਿਹਾ ਲੱਗਣ ਲੱਗ ਪਿਆ ਸੀ। ਉਹਨੇ ਉਹ ਕਿੱਥੇ ਦੇ, ਤੇ ਲੀਫ ਆਫਟਰ ਲੀਫ ਆਫ ਦਾ
fine gold he brought to the poor, and the children's face grew rosier. Rosier means rose ਤੋਂ ਬਣਿਆ ਹੋਇਆ, ਰੋਜ਼ ਹੁੰਦਾ ਗੁਲਾਬੀ, ਗੁਲਾਬ, ਇਹ ਗੁਲਾਬੀ ਹੋ ਗਿਆ। and then laughed and played in streets, we have bread now they cried। ਹੁਣ ਕੀ ਹੋਇਆ, ਕਹਿੰਦਾ ਉਹਨੇ ਜਿਹੜੇ ਪੱਤਰੇ ਸੀਗੇ ਲਾ ਕੇ ਗਰੀਬ ਬੱਚਿਆਂ ਨੂੰ ਦੇ ਦਿੱਤੇ ਸੋਨੇ ਦੇ, ਉਹਨਾਂ ਦੇ ਚਿਹਰੇ ਦੇ ਨਾਲ ਗੁਲਾਬੀ ਹੋ ਗਏ, ਹੱਸਣ ਲੱਗੇ, ਗਲੀਆਂ ਵਿੱਚ ਉਹ ਖੇਡਣ ਲੱਗੇ। ਕਹਿੰਦਾ ਹੁਣ ਉਹਨਾਂ ਨੂੰ ਲੱਗਦਾ ਸੀ ਹੁਣ ਸਾਡੇ ਕੋਲ ਰੋਟੀ ਹੈ, ਉਹ ਚਲਾ ਰਹੇ ਸੀ। then the snow came, and after the snow came the frost। ਹਾਂਜੀ, ਕਹਿੰਦੇ ਸਨੋ ਕੀ ਆ, ਬਰਫ ਆ, ਇੱਥੇ ਫਰੋਸਟ ਮੀਨਸ ਕੋਹਰਾ, ਧੁੰਦ। ਜਦੋਂ ਟੈਂਪਰੇਚਰ 0 ਡਿਗਰੀ ਤੋਂ ਵੀ ਮਾਈਨਸ ਚਲਿਆ ਜਾਂਦਾ, ਕਹਿੰਦਾ ਫਿਰ ਬਰਫ ਪੈਣ ਲੱਗੀ, ਬਰਫ ਤੋਂ ਬਾਅਦ ਕੋਹਰਾ ਪੈਣ ਲੱਗਿਆ। the streets looked as if they are made of silver। ਗਲੀਆਂ ਇਸ ਤਰ੍ਹਾਂ ਲੱਗ ਰਹੀਆਂ ਸਨ ਜਿਵੇਂ ਚਾਂਦੀ ਦੀਆਂ ਬਣੀਆਂ ਹੋਣ। everybody went out in furs, and the little boys wore scarlet caps and skated on the ice। ਸਾਰੇ ਲੋਕ ਚਮੜੇ ਦੇ ਬਣੇ ਹੋਏ ਵਸਤਰ ਪਹਿਨ ਕੇ ਘੁੰਮ ਰਹੇ ਸਨ, ਛੋਟੇ ਲੜਕੇ ਲਾਲ ਟੋਪੀਆਂ ਪਹਿਨ ਕੇ ਬਰਫ਼ 'ਤੇ ਸਕੇਟਿੰਗ ਕਰ ਰਹੇ ਸਨ। ਇੱਥੇ ਇੱਕ ਵਰਡ ਆਇਆ ਸਕਾਰਲੈਟ, ਬਰਾਈਟ ਰੈੱਡ ਕਲਰ ਲਈ ਵਰਤਿਆ ਗਿਆ ਇੱਥੇ, ਇਹਦਾ ਮਤਲਬ ਰੈੱਡ ਕਲਰ ਵਾ, ਠੀਕ ਹੈ। the poor little swallow grew colder and colder, but he could not leave the prince, he loved him too well। ਹਾਂ, ਹੁਣ ਕੀ ਹੋ ਰਿਹਾ, ਠੰਡ ਵੱਧ ਰਹੀ ਸੀ, ਠੰਡ ਹੋਰ ਠੰਡੀ ਹੋ ਜਾ ਰਿਹਾ ਸੀਗਾ, ਪਰ ਜਿਹੜਾ ਅਬਾਬੀਲ ਸੀ ਛੋਟਾ, ਉਹ ਰਾਜਕੁਮਾਰ ਨੂੰ ਛੱਡ ਕੇ ਨਹੀਂ ਗਿਆ ਕਿਉਂਕਿ ਉਹਨੂੰ ਬਹੁਤ ਪਿਆਰ ਕਰਦਾ ਸੀ। he picked up crumbles outside the baker's door when the baker was not looking, and tried to keep himself warm by flapping his wings। ਇੱਥੇ ਵਰਡ ਆਇਆ crumbles, ਹੈ ਨਾ, crumb ਬੋਲਦੇ ਹਨ। crumb ਹੁੰਦਾ ਛੋਟੇ ਰੋਟੀ ਦੇ ਜਾਂ ਬ੍ਰੈਡ ਦੇ ਸੁੱਕੇ ਹੋਏ ਟੁਕੜੇ। ਕਹਿੰਦਾ ਉਹ ਬਾਰ ਜਿਹੜਾ ਬੇਕਰ ਦੀ ਦੁਕਾਨ ਤੋਂ ਕੀ ਕਰ ਰਿਹਾ ਸੀਗਾ, ਸੁੱਕੇ ਰੋਟੀ ਦੇ ਟੁਕੜੇ ਚੁਰਾ ਲੈਂਦਾ ਸੀ ਜਦੋਂ ਉਹ ਨਹੀਂ ਦੇਖ ਰਿਹਾ ਹੁੰਦਾ ਸੀ। ਇਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਦਾ ਸੀ, ਜਾਂ ਫਿਰ ਉਹ ਆਪਣੇ ਖੰਭਾਂ ਨੂੰ ਫੜਫੜਾ ਕੇ ਆਪਣੇ ਆਪ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਨੈਕਸਟ ਬਟ ਐਟ ਲਾਸਟ ਹੀ ਨਿਊ ਦੈਟ ਹੀ ਵਾਜ਼ ਗੋਇੰਗ ਟੂ ਡਾਈ। ਹੁਣ ਕੀ ਸੀ, ਪਰੰਤੂ ਉਹਨੂੰ ਅਖੀਰ ਨੂੰ ਇਹ ਪਤਾ ਲੱਗ ਗਿਆ ਸੀ ਕਿ ਹੁਣ ਉਹ ਮਰਨ ਵਾਲਾ ਗਾ। ਹੀ ਹੈਡ ਜਸਟ ਇਨਫ ਸਟਰੈਂਥ ਟੂ ਫਲਾਈ ਅਪ ਟੂ ਦ ਪ੍ਰਿੰਸਸ ਸ਼ੋਲਡਰ ਵੰਸ ਮੋਰ। ਹੁਣ ਉਹਦੇ 'ਚ ਸਿਰਫ ਇੰਨੀ ਤਾਕਤ ਸੀ ਕਿ ਇੱਕ ਵਾਰ ਉੱਡ ਕੇ ਰਾਜਕੁਮਾਰ ਦੇ ਮੋਢੇ ਤੱਕ ਪਹੁੰਚ ਸਕਦਾ ਸੀ। ਗੁੱਡ ਬਾਏ ਡੀਅਰ ਪ੍ਰਿੰਸ, ਹੀ ਮਰਮਰਡ ਹੁੰਦਾ ਕਾਨਾਫੂਸੀ ਕਰਨਾ, ਹੌਲੀ ਹੌਲੀ ਬੋਲਣਾ, ਹੈ ਨਾ। ਹੁਣ ਫਿਰ ਉਹਨੇ ਕੀ ਕਿਹਾ, ਮੈਂ ਤੈਨੂੰ ਕੀ ਕਹਿਣਾ ਆ, ਗੁੱਡ ਬਾਏ ਕਹਿਣਾ ਆ, ਅਲਵਿਦਾ ਮੇਰੇ ਪਿਆਰੇ ਰਾਜਕੁਮਾਰ ਨੇ ਕਿਹਾ। ਯੂ ਲੈਟ ਮੀ ਕਿਸ ਯੂਅਰ ਹੈਂਡ। ਹੁਣ ਉਹ ਕੀ ਪੁੱਛ ਰਿਹਾ, ਉਹਨੇ ਹੌਲੀ ਜਿਹੇ ਕਿਹਾ, ਕੀ ਤੂੰ ਮੈਨੂੰ ਆਪਣਾ ਹੱਥ ਚੁੰਮਣ ਦੇਵੇਂਗਾ। I am glad that you are going to Egypt at last, little swallow, said the prince। ਮੈਨੂੰ ਖੁਸ਼ੀ ਹੈ ਕਿ ਅਖੀਰ ਨੂੰ ਤੂੰ ਮਿਸਰ ਜਾ ਰਿਹਾ ਹੈ ਪਿਆਰੇ ਅਬਾਬੀਲ, ਰਾਜਕੁਮਾਰ ਨੇ ਕਿਹਾ। You have stayed too long here, but you must kiss me on my lips, for I love you। ਹੁਣ ਉਹ ਅੱਗੇ ਕੀ ਕਹਿ ਰਿਹਾ ਕਿ ਤੂੰ ਇੱਥੇ ਬਹੁਤ ਦੇਰ ਤੱਕ ਰੁਕਿਆ ਰਿਹਾ, ਪਰ ਤੈਨੂੰ ਮੇਰੇ ਬੁੱਲ੍ਹਾਂ ਉੱਪਰ ਚੁੰਮਣਾ ਪਵੇਗਾ ਕਿਉਂਕਿ ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾ ਹਾਂ। ਹਾਂਜੀ, ਅੱਗੇ ਕੀ ਆਊਗਾ, ਇਟ ਇਜ਼ ਨਾਟ ਟੂ ਇਜਿਪਟ ਆਈ ਐਮ ਗੋਇੰਗ, ਸੈਡ ਦ ਸਵੈਲੋ, ਆਈ ਐਮ ਗੋਇੰਗ ਟੂ ਦ ਹਾਊਸ ਆਫ ਡੈਥ, ਦ ਡੈਥ ਇਜ਼ ਦ ਬ੍ਰਦਰ ਆਫ ਸਲੀਪ, ਇਜ਼ ਹੀ ਨਾਟ। ਉਹ ਕਹਿੰਦਾ ਮੈਂ ਮਿਸਰ ਨਹੀਂ ਜਾ ਰਿਹਾ, ਬਾਬੀਲ ਕਹਿੰਦਾ ਮੈਂ ਮਿਸਰ ਨਹੀਂ ਜਾ ਰਿਹਾ, ਮੈਂ ਮੌਤ ਦੇ ਘਰ ਜਾ ਰਿਹਾ, ਮੌਤ ਨੀਂਦ ਦਾ ਭਰਾ ਹੈ, ਕੀ ਅਜਿਹਾ ਨਹੀਂ ਹੈ। ਐਂਡ ਹੀ ਕਿਸਡ ਦ ਹੈਪੀ ਪ੍ਰਿੰਸ ਔਨ ਦ ਲਿਪਸ ਐਂਡ ਫੈਲ ਡਾਊਨ ਡੈਡ ਐਟ ਹਿਜ਼ ਫੀਟ। ਉਸਨੇ ਰਾਜਕੁਮਾਰ ਦੇ ਬੁੱਲ੍ਹਾਂ ਉੱਪਰ ਚੁੰਮਿਆ ਅਤੇ ਮਰ ਕੇ ਉਸਦੇ ਪੈਰਾਂ ਵਿੱਚ ਡਿੱਗ ਪਿਆ। At that moment a curious crack sounded inside the statue as if something had broken। ਹਾਂਜੀ, ਕਹਿੰਦੇ ਫਿਰ ਜਦੋਂ ਉਹਨੇ ਮਰ ਕੇ ਡਿੱਗ ਗਿਆ ਤਾਂ ਇੱਕ ਉਸੇ ਸਮੇਂ ਬੁੱਤ ਦੇ ਅੰਦਰੋਂ ਕੁਝ ਟੁੱਟਣ ਦੀ ਅਨੋਖੀ ਆਵਾਜ਼ ਸੁਣਾਈ ਦਿੱਤੀ। ਠੀਕ, the fact is that the leaden heart had snapped right in two। ਕਹਿੰਦੇ ਜਿਹੜਾ ਉਹਦਾ ਦਿਲ ਸੀ ਸਿੱਕੇ ਦਾ ਬਣਿਆ ਹੋਇਆ, ਉਹ ਦੋ ਹਿੱਸਿਆਂ ਵਿੱਚ ਟੁੱਟ ਚੁੱਕਿਆ ਸੀ। It
certainly was dreadful had forest। ਹਾਂਜੀ, ਨਿਸ਼ਚਿਤ ਹੀ ਇੱਕ ਭਿਆਨਕ ਢੰਗ ਨਾਲ ਸਖਤ ਕੋਹਰਾ ਪੈ ਰਿਹਾ ਸੀ। Early the next morning, the mayor was walking in the square below in the company with the town councillors. As they passed the column, he looked up at the statue. Dear me, how savvy the happy prince looked, he said. ਅਗਲੀ ਸਵੇਰ ਕਹਿੰਦੇ ਮੇਅਰ ਸਭਾ ਦੇ ਮੈਂਬਰਾਂ ਦੇ ਨਾਲ ਚੁਰਸਤੇ ਦੇ ਵਿੱਚੋਂ ਗੁਜ਼ਰ ਰਿਹਾ ਸੀ ਅਤੇ ਉਹਨੇ ਕੀ ਦੇਖਿਆ ਜਦ ਚੁਰਸਤੇ ਦੇ ਕੋਲ ਬੁੱਤ ਦੇ ਕੋਲ ਆਇਆ। ਉਹਨੇ ਕਿਹਾ ਹੇ ਭਗਵਾਨ, ਹੇ ਗੋਡ, ਜਿਵੇਂ ਕਹਾਂਗੇ ਵੀ ਕਿੰਨਾ ਭੱਦਾ ਲੱਗ ਰਿਹਾ ਗਾ ਜਿਹੜਾ ਹੈਪੀ ਪ੍ਰਿੰਸ ਦਾ ਬੁੱਤ ਹੈ ਨਾ। ਸੈਬੀ ਵਰਡ ਆਇਆ ਇੱਥੇ, ਸੈਬੀ ਮੀਨਸ ਭੱਦਾ, ਇਹ ਵਾਲਾ ਵਰਡ ਆਇਆ ਸੈਬੀ। ਓਕੇ, ਸੈਬੀ ਮੈਨੂੰ ਬੁਰੀ ਹਾਲਤ ਵਿੱਚ ਜਾਂ ਆਪਾਂ ਕਹਾਂਗੇ ਭੱਦਾ ਲੱਗ ਰਿਹਾ, ਉਹਨੇ ਕਿਹਾ। How savvy indeed, cried the town councillor, who always agreed with the mayor, and they went up to look at it. ਹਾਂ, ਉਹਨੇ ਮਗਰੀ ਬੋਲੇ ਜਿਹੜੇ ਕਾਉਂਸਲਰ ਨੇ, ਜਿਹੜੇ ਹਮੇਸ਼ਾ ਮੇਅਰ ਦੀ ਗੱਲ ਨਾਲ ਸਹਿਮਤ ਹੋ ਜਾਂਦੇ ਸੀ। ਉਹ ਕਹਿੰਦੇ ਹਾਂ ਕਿੰਨਾ ਭੱਦਾ ਲੱਗ ਰਿਹਾ, ਸੱਚਮੁੱਚ ਬਹੁਤ ਭੱਦਾ ਲੱਗ ਰਿਹਾ। The ruby has fallen out of his sword, his eyes are gone, and he is golden no longer, said the mayor. In fact, he is a little better than a beggar. ਹਾਂਜੀ, ਹੁਣ ਉਹ ਕੀ ਕਹਿ ਰਿਹਾ, ਕਹਿੰਦਾ ਜਿਹੜੀ ਇਹਦੇ 'ਚ ਰੂਬੀ ਆ ਉਹ ਵੀ ਜਾ ਚੁੱਕੀ ਆ, ਸੋਨੇ ਦੇ ਜਿਹੜੇ ਇਹਦੇ ਪੱਤਰੇ ਨਾਲ ਸਜਾਇਆ ਹੋਇਆ ਸੀ ਉਹ ਵੀ ਨਹੀਂ ਰਹੇ ਹੈਗੇ, ਅਤੇ ਹੁਣ ਇੱਕ ਭਿਖਾਰੀ ਤੋਂ ਜ਼ਿਆਦਾ ਨਹੀਂ ਲੱਗ ਰਿਹਾ। The little better than beggar, said the town councillor. ਹਾਂਜੀ, ਉਹਨੇ ਜਿਹੜੇ ਨਾਲ ਦੇ ਸੀਗੇ ਕਾਉਂਸਲਰ ਸੀ ਉਹਨਾਂ ਨੇ ਵੀ ਸੇਮ ਗੱਲ ਕਹੀ ਕਿ ਸੱਚਮੁੱਚ ਇੱਕ ਭਿਖਾਰੀ ਤੋਂ ਵਧੀਆ ਨਹੀਂ ਲੱਗ ਰਿਹਾ ਹੈ। And there is actually a dead bird at his feet, continued the mayor. ਮੇਅਰ ਨੇ ਆਪਣੀ ਗੱਲ ਜਾਰੀ ਰੱਖੀ ਅਤੇ ਕਿਹਾ ਦੇਖੋ ਇਹਦੇ ਪੈਰਾਂ ਵਿੱਚ ਇੱਕ ਪੰਛੀ ਵੀ ਮਰਿਆ ਪਿਆ। We must really issue the proclamation that bird are not be allowed to die here. ਕਹਿੰਦੇ ਪ੍ਰੋਕਲੇਮੇਸ਼ਨ ਹੁੰਦਾ ਗਾ ਘੋਸ਼ਣਾ ਪੱਤਰ, ਕਹਿੰਦੇ ਸਾਨੂੰ ਇੱਕ ਘੋਸ਼ਣਾ ਪੱਤਰ ਜਾਰੀ ਕਰਨਾ ਚਾਹੀਦਾ ਕਿ ਪੰਛੀਆਂ ਨੂੰ ਇੱਥੇ ਮਰਨ ਦੀ ਇਜਾਜ਼ਤ ਨਹੀਂ ਹੈ। ਐਂਡ ਦਾ ਟਾਊਨ ਕਲਰਕ ਮੇਡ ਅ ਨੋਟ ਆਫ ਦਾ ਸੁਜੈਸ਼ਨ, ਜਿਹੜਾ ਨਗਰ ਦਾ ਕਲਰਕ ਸੀ ਉਹਨਾਂ ਦੇ ਨਾਲ ਉਹਨੇ ਸੁਝਾਅ ਨੂੰ ਨੋਟ ਕਰ ਲਿਆ। ਸੋ ਦੇ ਪੁੱਲ ਡਾਊਨ ਦਾ ਸਟੈਚੂ ਆਫ ਦਾ ਹੈਪੀ ਪ੍ਰਿੰਸ as he is no longer beautiful, he is no longer useful, said the art professor at the university. ਹਾਂਜੀ, ਇਸ ਲਈ ਉਹਨਾਂ ਨੇ ਹੈਪੀ ਪ੍ਰਿੰਸ ਦੇ ਬੁੱਤ ਨੂੰ ਹੇਠਾਂ ਡੇਗ ਦਿੱਤਾ ਕਿਉਂਕਿ ਹੁਣ ਇਹ ਸੁੰਦਰ ਨਹੀਂ ਸੀ ਰਿਹਾ, ਇਸਦਾ ਕੋਈ ਲਾਭ ਨਹੀਂ ਸੀ। ਇਹ ਗੱਲ ਕਿਹਨੇ ਕਹੀ? ਯੂਨੀਵਰਸਿਟੀ ਦੇ ਕਲਾ ਪ੍ਰੋਫੈਸਰ ਨੇ। Then they melted the statue in a furnace. Furnace ਹੁੰਦਾ ਬੇਟਾ ਭੱਠੀ, ਬਹੁਤ ਵੱਡੀ ਭੱਠੀ ਜਿਹਦੇ ਵਿੱਚ ਮੈਟਲ ਵਗੈਰਾ ਪਿਘਲਾਇਆ ਜਾਂਦਾ। What a strange thing, said the overseer of the workmen of the foundry. ਹਾਂਜੀ, ਉੱਥੇ ਕੰਮ ਕਰਨ ਵਾਲੇ ਭੱਠੀ 'ਚ ਜਿਹੜੇ ਢਲਾਈ ਘਰ ਦੇ ਵਿੱਚ ਕੰਮ ਕਰਨ ਵਾਲੇ ਨਿਗਰਾਨ ਨੇ ਕਿਹਾ ਵੀ ਕਿੰਨੀ ਅਜੀਬ ਗੱਲ ਹੈ ਨਾ। ਉਹਨਾਂ ਨੇ ਜਦੋਂ ਸਟੈਚੂ ਨੂੰ ਭੱਠੀ ਦੇ ਵਿੱਚ ਪਿਘਲਾਇਆ। This broken lead heart will not melt in the furnace. ਇਹ ਟੁੱਟਿਆ ਹੋਇਆ ਜਿਹੜਾ ਲੈਡ ਦਾ ਦਿਲ ਆ ਉਹ ਇੱਥੇ ਭੱਠੀ ਵਿੱਚ ਨਹੀਂ ਪਿਘਲ ਸਕੇਗਾ। We must throw it away. ਸਾਨੂੰ ਇਹਨੂੰ ਪਰਾਂ ਸੁੱਟ ਦੇਣਾ ਚਾਹੀਦਾ। So they threw it on a dust heap. Dust heap means ਕਿ ਧੂੜ ਮਿੱਟੀ ਦਾ ਢੇਰ। Where the dead swallow was also lying. ਉਹਨਾਂ ਨੇ ਉਹਨੂੰ ਢੇਰ 'ਤੇ, ਮਿੱਟੀ ਦੇ ਢੇਰ 'ਤੇ ਸੁੱਟ ਦਿੱਤਾ ਜਿੱਥੇ ਸਵੈਲੋ ਜਿਹੜਾ ਅਬਾਬੀਲ ਪੰਛੀ ਸੀ ਉਹ ਪਹਿਲਾਂ ਹੀ ਸੁੱਟਿਆ ਪਿਆ ਸੀ। Bring me two most precious things in the city, said God to one his angel. ਪਰਮਾਤਮਾ ਨੇ ਆਪਣੇ ਇੱਕ ਦੇਵਤਾ ਨੂੰ ਕਿਹਾ ਜਾਓ ਅਤੇ ਮੈਨੂੰ ਨਗਰ ਵਿੱਚੋਂ ਸਭ ਤੋਂ ਕੀਮਤੀ, ਪ੍ਰੀਸੀਅਸ ਹੁੰਦੀਆਂ ਨੇ ਕੀਮਤੀ, 2 ਚੀਜ਼ਾਂ ਲੈ ਕੇ ਆਓ। And the angel brought him the lead heart and the dead bird. ਜਿਹੜਾ ਦੇਵਤਾ ਸੀ ਉਹ ਗਿਆ, ਉਹ ਕੀ ਲੈ ਕੇ ਆਇਆ? ਇੱਕ ਲੈਡ ਹਾਰਟ ਅਤੇ ਇੱਕ ਡੈਡ ਬਰਡ, ਛੋਟਾ ਅਬਾਬੀਲ ਮਰਿਆ ਹੋਇਆ, ਇੱਕ ਉਹ ਲੈ ਆਇਆ। ਇੱਕ ਜਿਹੜਾ ਹੈਪੀ ਪ੍ਰਿੰਸ ਦਾ ਦਿਲ ਸੀ ਉਹ ਲੈ ਕੇ ਆਇਆ। ਫਿਰ ਅੱਗੇ ਯੂ ਹੈਵ ਰਾਈਟਲੀ chosen, said God. ਤੂੰ ਸਹੀ ਚੋਣ ਕੀਤੀ ਹੈ, ਭਗਵਾਨ ਨੇ ਕਿਹਾ। For in my garden of paradise this little bird shall sing forevermore, and in my city of gold of happy prince shall praise me. ਹਾਂਜੀ, ਉਹ ਕਹਿੰਦੇ ਤੂੰ ਭਗਵਾਨ ਨੇ ਕੀ ਕਿਹਾ? ਤੂੰ ਠੀਕ ਚੋਣ ਕੀਤੀ ਹੈ। ਹੁਣ ਕਹਿੰਦਾ ਜਿਹੜਾ ਛੋਟਾ ਪੰਛੀ ਆ ਮੇਰੇ ਸਵਰਗ ਵਾਲੇ ਬਗੀਚੇ ਵਿੱਚ ਭਵਿੱਖ ਲਈ ਸਦਾ ਲਈ ਗਾਇਆ ਕਰੇਗਾ ਅਤੇ ਹੈਪੀ ਪ੍ਰਿੰਸ ਮੇਰੇ ਸੁਨਹਿਰੇ ਨਗਰ ਵਿੱਚ ਮੇਰੇ ਗੁਣਗਾਨ ਕਰਿਆ ਕਰੇਗਾ। ਸੋ ਆਸਕਰ ਵਾਈਲਡ ਦਾ ਲਿਖਿਆ ਹੋਇਆ ਸੀਗਾ ਇਹ ਵਾਲਾ ਜਿਹੜਾ ਆਪਾਂ ਨੇ ਲੈਸਨ ਪੜ੍ਹਿਆ। ਬਹੁਤ ਹੀ ਖੂਬਸੂਰਤ ਲੈਸਨ ਸੀ। ਆਈ ਹੋਪ ਕਿ ਤੁਹਾਨੂੰ ਸਾਰਾ ਲੈਸਨ ਸਮਝ ਆ ਗਿਆ ਹੋ।
ਕੁਐਸਚਨ ਆਨਸਰਸ ਦੀ ਵੀਡੀਓਜ਼ ਆਲਰੇਡੀ ਅਪਲੋਡ ਕੀਤੀ ਗਈ, ਆਬਜੈਕਟਿਵ ਟਾਈਪ ਟਰਾਂਸਲੇਸ਼ਨ ਦੀ ਵੀਡੀਓਜ਼ ਵੀ ਅਪਲੋਡ ਕੀਤੀਆਂ ਜਾ ਚੁੱਕੀਆਂ ਨੇ ਪਹਿਲਾਂ ਹੀ, ਉਹ ਵੀ ਤੁਸੀਂ ਜ਼ਰੂਰ ਦੇਖਣੀਆਂ ਨੇ ਅਤੇ ਇਸ ਨਾਲ ਆਪਣਾ ਲੈਸਨ ਆ ਜਿਹੜਾ ਕੰਪਲੀਟ ਹੁੰਦਾ। ਫॉर ਮੋਰ ਵੀਡੀਓਜ਼ ਐਂਡ ਨਿਊ ਅਪਡੇਟਸ ਜੁਆਇਨ ਮੀ ਬਾਈ ਸਬਸਕ੍ਰਾਈਬਿੰਗ ਮਾਈ ਚੈਨਲ ਵਾਈ ਫॉर ਨਾਓ ਬੇਟਾ।